ਜਿਹੜੀ ਉਹ ਐਕਸੀਡੈਂਟ ਹੈ ਜਾਂ ਮਰਡਰ ਹੈ, ਮੈਂ ਇਸ ਚੀਜ਼ ਨੂੰ ਚਾਹੁੰਦਾ ਵੀ ਇਹ ਸਾਡੀ ਕਲੀਅਰ ਹੋਣੀ ਚਾਹੀਦੀ ਹੈ। ਤੁਹਾਨੂੰ ਕੀ ਲੱਗਦਾ ਪਿਆ, ਇੱਕ ਐਜ਼ ਏ ਐਡਵੋਕੇਟ ਲਓ, ਐਜ਼ ਏ ਬ੍ਰਦਰ ਲਓ, ਤੁਹਾਡੀ ਆਤਮਾ ਕੀ ਕਹਿ ਰਹੀ ਹੈ ਵੀ ਇੱਕ ਨਾਰਮਲ ਐਕਸੀਡੈਂਟ ਆ? ਦੇ ਨਾਲ ਦਾ ਹੀ ਮੈਂ ਵੇਖ ਰਿਹਾ ਸੀ, ਕੋਈ ਕੁਲੀਗ ਦੱਸ ਰਿਹਾ ਸੀ ਵੀ ਐਕਸੀਡੈਂਟ ਕੇਸ ਸੀ। ਸੁਮੇਧ ਸਿੰਘ ਸੈਣੀ ਸੀ, ਉਹ ਜਦੋਂ ਕਿਸੇ ਨੂੰ ਮਾਰਨਾ ਹੁੰਦਾ ਸੀ ਤਾਂ 10-15-20 ਦਿਨ ਪਹਿਲੇ ਉਹਦਾ ਇੱਕ ਬਿਲਟ ਕਰਦਾ ਸੀ ਕਿ ਇਹ ਅੱਤਵਾਦੀ ਹੈਗਾ, ਮਾਹੌਲ ਸਿਰਜ ਦਿੰਦਾ ਸੀ, ਉਹਦੀਆਂ CID ਰਿਪੋਰਟਸ ਬਣਾ ਦਿੰਦਾ ਸੀ। ਫਿਰ ਜਦੋਂ ਉਹਨੂੰ ਗੋਲੀ ਮਾਰਨੀ ਹੁੰਦੀ ਸੀ ਫਿਰ ਕਹਿ ਦਿੰਦੇ ਸੀ ਅੱਤਵਾਦੀ। ਦੇਖੋ ਸਟੇਟ ਸਕੂਲ ਬੜਾ ਕੁਛ ਹੁੰਦਾ ਹੈ, ਬੰਦਾ ਮਾਰ ਕੇ ਵੀ ਤੇ ਗੱਡੀ 'ਚ ਸੁੱਟ ਸਕਦੇ। ਹਜ਼ਾਰਾਂ ਦੀ ਤਾਦਾਦ 'ਚ ਜਿਹੜੀ ਪੁਲਿਸ ਸੀ ਉਹ ਲਾਉਣ ਦੀ ਲੋੜ ਨਹੀਂ ਸੀ। ਤੁਸੀਂ ਏਡੇ ਵੱਡੇ ਸ਼ਹਿਰ ਲੁਧਿਆਣੇ 'ਚ ਰਹਿ ਰਹੇ ਹੋ, ਕਦੇ ਤੁਸੀਂ ਦੇਖਿਆ ਕਿ ਇੱਥੇ ਐਕਸੀਡੈਂਟ ਹੋਇਆ ਤੇ SSP DIG ਤੇ SP ਤੇ 500 ਬੰਦਾ ਆ ਕੇ ਤੁਹਾਨੂੰ ਘੇਰਾਬੰਦੀ ਕਰ ਲੈਂਦੇ? ਨਹੀਂ, ਕਿਉਂਕਿ ਸਰਕਾਰ ਨੂੰ ਪਤਾ ਸੀ ਕਿ ਅਸੀਂ ਗਲਤ ਕੰਮ ਕੀਤਾ ਹੈ, ਇਹ ਐਕਸਪੋਜ਼ ਨਾ ਹੋ ਜਾਏ। ਉਹਨੂੰ ਦੱਬਣ ਲਈ ਉਹ ਜਿਹੜੀ ਸੀ ਸਰਕਾਰ, ਜਿਹੜੀ ਐਵੀਡੈਂਸ ਨੂੰ ਖਤਮ ਕਰਨਾ ਚਾਹੁੰਦੀ ਸੀ, ਉਹਦੇ 'ਚੋਂ ਕਾਮਯਾਬ ਹੋਈ। ਇਹ ਸਾਜ਼ਿਸ਼ ਨਹੀਂ ਹੈਗੀ ਜੀ, ਅਸੀਂ ਤੇ ਕਲੀਅਰ ਵਰਡਸ ਕਹਿ ਰਹੇ ਹਾਂ ਕਿ ਇਹ ਜਿਹੜੀ IB ਹੈਗੀ ਹੈ ਉਹਨੇ ਟਾਰਗੇਟ ਕਰਕੇ ਕਿਲਿੰਗ ਕੀਤੀ ਹੈ। ਇਹ ਟਾਰਗੇਟ ਕਿਲਿੰਗ ਹੈਗੀ ਹੈ ਦੀਪ ਦੀ, ਜਿਹੜੀਆਂ ਡੀਪ ਸਟੇਟਸ ਕਰਦੀਆਂ ਜਾਂ ਮਰਡਰ ਹੈ। ਮੈਂ ਇਸ ਚੀਜ਼ ਨੂੰ ਚਾਹੁੰਦਾ ਵੀ ਇਹ ਸਾਡੀ ਕਲੀਅਰ ਹੋਣੀ ਚਾਹੀਦੀ ਹੈ। ਤੁਹਾਨੂੰ ਕੀ ਲੱਗਦਾ ਪਿਆ, ਇੱਕ ਐਜ਼ ਏ ਐਡਵੋਕੇਟ ਲਓ, ਐਜ਼ ਏ ਬ੍ਰਦਰ ਲਓ, ਤੁਹਾਡੀ ਆਤਮਾ ਕੀ ਕਹਿ ਰਹੀ ਹੈ ਵੀ ਇੱਕ ਨਾਰਮਲ ਐਕਸੀਡੈਂਟ ਆ? ਦੇਖੋ ਜਿਹੜੀ ਸਾਡੀ ਜ਼ਹਿਨ ਵਿੱਚ ਗੱਲ ਹੈਗੀ ਹੈ, ਮਤਲਬ ਮੈਂ ਤੇ ਕਿਉਂਕਿ ਪੰਥਕ ਇਸ਼ੂਜ਼ ਨਾਲ ਜੁੜਿਆ ਹੋਇਆ, ਅਸੀਂ ਜਿੰਨੇ ਬੰਦੇ ਵੀ ਆਪਣੀ ਆਜ਼ਾਦੀ ਦੇ ਪਰਵਾਨੇ ਨੇ ਅਸੀਂ ਉਹਨਾਂ ਦੇ ਨਾਲ ਲਗਾਤਾਰ ਜਾ ਰਹੇ ਹਾਂ। ਸਾਨੂੰ ਸਰਕਾਰ ਦਾ ਪਤਾ ਕਿ ਸਰਕਾਰਾਂ ਕਿਵੇਂ ਰਿਐਕਟ ਕਰਦੀਆਂ। ਇਹ ਇੰਟਰਨੈਸ਼ਨਲ ਸਟੈਂਡਰਡਸ ਬਣ ਚੁੱਕੇ ਨੇ ਕਿ ਬੰਦੇ ਨੂੰ ਗੋਲੀ ਨਾ ਮਾਰੋਗੇ ਤੇ ਲੋਕਾਂ ਦੇ ਵਿੱਚ ਰੋਸ ਵਧੇਗਾ। ਸੋ ਸਰਕਾਰ ਦੀ ਬੜੀ ਪਲੈਨਿੰਗ ਸੀ, ਸਰਕਾਰ ਨੇ ਇਹ ਐਕਸੀਡੈਂਟ ਦੀ ਸ਼ੇਪ 'ਚ ਉਹਦਾ ਮਰਡਰ ਕਰਵਾਇਆ। ਹੁਣ ਉੱਥੇ 3-4 ਗੱਲਾਂ ਜਿਹੜੀਆਂ ਪ੍ਰੀਲਿਮਿਨਰੀ ਐਵੀਡੈਂਸ ਅਸੀਂ ਵੇਖ ਰਹੇ ਹਾਂ, ਉਹ ਜਿਹੜੀ ਰੋਡ ਸੀ ਆਮ ਰੋਡ ਨਹੀਂ ਸੀ। ਇੱਕ ਤਾਂ ਰੀਜ਼ਨ ਹੋ ਸਕਦਾ ਨਾ ਵੀ ਟਰੱਕ ਨੇ ਬ੍ਰੇਕ ਮਾਰੀ ਹੈ, ਅੱਗੇ ਕੋਈ ਗਾਂ ਆ ਗਈ ਹੈ, ਕੋਈ ਮੱਝ ਆ ਗਈ ਹੈ, ਕੋਈ ਅਵਾਰਾ ਜਾਨਵਰ ਆ ਗਿਆ ਹੈ। ਇਹ ਤਾਂ ਹਾਈਟੈਕ ਰੋਡ ਸੀ ਵੀ ਇੱਕ ਜਗ੍ਹਾ ਤੋਂ ਐਂਟਰੀ ਹੁੰਦੀ ਹੈ ਤੇ ਦੂਜੀ ਜਗ੍ਹਾ ਤੋਂ ਤੁਸੀਂ ਬਾਹਰ ਨਿਕਲਦੇ ਹੋ। ਸੋ ਉੱਥੇ ਨਾ ਤਾਂ ਕੋਈ ਗਾਂ ਆਈ ਹੈ ਅੱਗੇ, ਨਾ ਹੀ ਡਰਾਈਵਰ ਨੇ ਇਹ ਕਿਹਾ ਕਿ ਮੈਨੂੰ ਫਲਾਨਾ ਹੋ ਗਿਆ, ਮੈਨੂੰ ਧਮਕਾਨਾ ਹੋ ਗਿਆ ਸੀ, ਮੈਨੂੰ ਗਾਂ ਚਾਹੇ ਮੱਝ ਨਜ਼ਰ ਆਈ ਹੈ ਤਾਂ ਮੈਂ ਤਾਂ ਬ੍ਰੇਕ ਮਾਰੀ ਹੈ। ਹੈਵੀ ਗੱਡੀ ਸੀ। ਉਸ ਗੱਡੀ ਦਾ ਮੈਂ ਅੱਜ ਵੀ ਇੱਕ ਜਰਨਲਿਸਟ ਦੀ ਇੰਟਰਵਿਊ ਦੇਖ ਰਿਹਾ ਸੀ ਕਿ 50 ਫੁੱਟ ਦੀ ਦੂਰੀ 'ਤੇ ਉਹਨਾਂ ਨੇ ਉਹਦੀ ਜਿਹੜੀ ਟਾਇਰ ਰਗੜਦੇ ਗਏ ਦੀ ਜਿਹੜੀ ਹੈ ਫੋਟੋਗ੍ਰਾਫੀ ਕੀਤੀ ਹੈ। ਫਿਰ ਜਦੋਂ ਦੀਪ ਦਾ ਮਰਡਰ ਹੋਇਆ ਹੈ, ਔਨ ਦਾ ਸਪੋਟ ਇੱਕ ਉਹਦਾ ਕੋਈ ਦੋਸਤ ਧਰਮਿੰਦਰ ਨਾਂ ਦਾ ਲੜਕਾ ਗਿਆ ਹੈ। ਉਹਨੇ ਕਿਹਾ ਜਦੋਂ ਮੈਂ ਗਿਆ ਤੇ ਗੱਡੀ ਦੇ ਵਿੱਚ ਕੋਈ ਵੀ ਸ਼ਰਾਬ ਨਹੀਂ ਸੀ ਹੈਗੀ। ਫਿਰ ਇਸ ਏਜੰਸੀਜ਼ ਨੇ ਉਹਨੂੰ ਡੀਫੇਮ ਕਰਨ ਲਈ ਹੈ ਨਾ, ਉਹਦੇ 'ਚ ਇੱਕ ਆਪਦੀ ਸਟੋਰੀ ਬਿਲਟ ਕਰ ਦਿੱਤੀ ਕਿ ਇਹਦੀ ਸ਼ਰਾਬ ਦੀ ਬੋਤਲ ਪਈ ਸੀ, ਇਹ ਬਦਨਾਮ ਹੋਏ। ਕਿਉਂਕਿ ਸਰਕਾਰ ਦਾ ਨੈਰੇਟਿਵ ਬੜਾ ਪੁਰਾਣਾ ਹੈ। ਇਹ ਚੀਜ਼ 84 ਦੇ ਵਿੱਚ ਸਰਕਾਰ ਨੇ ਜਗਬਾਣੀ ਅਖਬਾਰ ਰਾਹੀਂ ਪ੍ਰਮੋਟ ਕਰਾਈ। ਕੀ ਤੁਸੀਂ ਦੇਖੋ ਕਿ 9 ਜੂਨ ਨੂੰ ਇੱਕ ਜਗਬਾਣੀ ਅਖਬਾਰ ਦੇ ਫਰੰਟ ਪੇਜ 'ਤੇ ਖਬਰ ਛਪਦੀ ਹੈ ਕਿ ਦਰਬਾਰ ਸਾਹਿਬ ਦੇ ਵਿੱਚੋਂ ਨੰਗੀਆਂ ਔਰਤਾਂ ਤੇ ਸ਼ਰਾਬ ਫੜੀ ਗਈ ਹੈ, ਜਿਹੜੀ ਕਿ ਪੂਰੇ ਹਿੰਦੁਸਤਾਨ ਨੇ ਦੇਖੀ ਹੈ। ਉਸ ਤੋਂ ਬਾਅਦ ਉਸ ਅਖਬਾਰ ਦਾ ਅੰਦਰਲੇ ਹਿੱਸੇ 'ਚ ਛੋਟਾ ਜਿਹਾ ਖੰਡਨ ਹੋਇਆ ਕਿ ਉਹ ਖਬਰ ਗਲਤ ਹੈ, ਤੱਥਾਂ ਦੇ ਆਧਾਰਿਤ ਨਹੀਂ ਹੈਗੀ। ਸੋ ਮਿਲੀਟੈਂਸੀ ਦੇ ਵਿੱਚ ਵੀ ਜਿਹੜਾ ਸੁਮੇਧ ਸਿੰਘ ਸੈਣੀ ਸੀ, ਉਹ ਜਦੋਂ ਕਿਸੇ ਨੂੰ ਮਾਰਨਾ ਹੁੰਦਾ ਸੀ ਤਾਂ 10-15-20 ਦਿਨ ਪਹਿਲੇ ਉਹਦਾ ਇੱਕ ਬਿਲਟ ਕਰਦਾ ਸੀ ਕਿ ਇਹ ਅੱਤਵਾਦੀ ਹੈਗਾ, ਮਾਹੌਲ ਸਿਰਜ ਦਿੰਦਾ ਸੀ, ਉਹਦੀਆਂ CID ਰਿਪੋਰਟਸ ਬਣਾ ਦਿੰਦਾ ਸੀ। ਫਿਰ ਜਦੋਂ ਉਹਨੂੰ ਗੋਲੀ ਮਾਰਨੀ ਹੁੰਦੀ ਸੀ ਫਿਰ ਕਹਿ ਦਿੰਦੇ ਸੀ ਅੱਤਵਾਦੀ। ਸੋ ਉਹ ਜਿਸ ਹਾਈਵੇ 'ਤੇ ਉਹ ਗੱਡੀ ਦੀਪ ਚਲਾ ਰਿਹਾ ਸੀ ਉਹ ਬੜਾ ਸੇਫ ਸੀ, 1 ਸਾਈਡਡ ਸੀ, ਸਿੰਗਲ ਰੋਡ ਸੀ। ਉਹ ਡਬਲ ਟਰੈਕ ਤਾਂ ਹੈ ਨਹੀਂ ਸੀ ਵੀ ਜਿੱਥੇ ਕਿਸੇ ਨੇ ਓਵਰਟੇਕ ਕਰਨਾ ਸੀ। ਬਿਲਕੁਲ। ਦੂਸਰੀ ਗੱਲ ਹੈ ਵੀ ਜਿਹੜੇ ਟਰੱਕ ਨੇ ਉਹਨਾਂ ਦੀ ਇੱਕ ਲਿਮਟਿਡ ਰਫਤਾਰ ਹੁੰਦੀ ਹੈ, ਹੈਵੀ ਗੱਡੀ ਸੀ, ਉਹਦੇ ਅੱਗੇ ਕੋਈ ਨਹੀਂ ਆਇਆ। ਫਿਰ ਉਹਨੇ ਬ੍ਰੇਕ ਕਿਉਂ ਮਾਰੀ ਹੈ, ਇਸ ਗੱਲ ਦਾ ਜਵਾਬ ਨਹੀਂ ਹੈਗਾ। ਫਿਰ ਜਿਹੜੀ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਹੈਗੀ ਹੈ ਕਿ ਮਾਨ ਸਾਹਿਬ ਨੇ ਇੱਕ ਬੜੀ ਸੈਂਸਿਟਾਈਜ਼ ਕੀਤਾ ਹੈ ਕਿ ਜਦੋਂ ਦੀਪ ਦਾ ਸੰਸਕਾਰ ਹੋਇਆ ਹੈ ਤਾਂ ਉਹਦੇ ਸਿਰ ਦੇ ਆਰ-ਪਾਰ ਨਿਸ਼ਾਨ ਸੀ। ਪਰ ਸਵਾਲ ਇਹ ਆ, ਫੇਸ ਤੇ ਉੱਥੇ ਕਿਸੇ ਨੂੰ ਦਿਖਾਇਆ ਨਹੀਂ ਗਿਆ ਕਿਉਂਕਿ ਉੱਥੇ ਇਹ ਸੀ ਕਿ ਬੜੀ ਮਾਹੌਲ, ਲੋਕ ਇਮੋਸ਼ਨਲ ਹੋ ਚੁੱਕੇ ਸੀ। ਡੈਡ ਬੋਡੀ ਕਿਸੇ ਨੇ ਦੇਖੀ ਨਹੀਂ,
ਨਾ ਹੀ ਕਿਸੇ ਦਾ ਉਸ ਵੇਲੇ ਹਾਲਾਤ ਐਸੇ ਸੀ ਕਿ ਕਿਸੇ ਨੇ ਇਸ ਗੱਲ ਨੂੰ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਕਿਉਂਕਿ ਮਾਨ ਸਾਹਿਬ IPS ਅਫਸਰ ਨੇ, ਉਹ ਝੂਠ ਨਹੀਂ ਮਾਰਨਗੇ। ਸੋ ਨਾ ਤਾਂ ਟਰੱਕ ਦੇ ਵਿੱਚ ਕੋਈ ਐਸੀ ਚੀਜ਼ ਸਰੀਆ ਹੈਗਾ ਸੀ, ਨਾ ਗੱਡੀ 'ਚ ਹੈਗਾ ਸੀ। ਉਹ ਗੱਲਾਂ ਸ਼ੋਅ ਕਰਦੀਆਂ ਨੇ ਕਿ ਇਹ ਬੜੀ ਵੱਡੀ ਕਨਸਪੀਰੇਸੀ ਹੋਈ ਹੈ। ਪਰ ਜੇ ਮੰਨ ਲਓ ਗੋਲੀ ਮਾਰੀ ਹੋਵੇਗੀ, ਕਿੱਧਰ ਦੀ ਗੋਲੀ ਮਾਰੀ ਹੋਵੇਗੀ? ਦੇਖੋ ਸਟੇਟ ਸਕੂਲ ਬੜਾ ਕੁਛ ਹੁੰਦਾ ਹੈ, ਬੰਦਾ ਮਾਰ ਕੇ ਵੀ ਤੇ ਗੱਡੀ 'ਚ ਤੁਸੀਂ ਸੁੱਟ ਸਕਦੇ ਹੋ। ਹਾਂ, ਫਿਰ ਰੀਨਾ ਰਾਏ ਜਿਹੜੀ ਹੈ ਉਹਦੇ ਫਿਰ ਬਿਆਨਾਂ ਨੂੰ ਕਿਵੇਂ ਦੇਖਦੇ ਹੋ? ਉਹਦੀ ਤਾਂ ਸਾਰੀ ਪੂਰੀ ਉਹ ਇੱਕ ਸਟੋਰੀ ਇਸ ਤਰੀਕੇ ਦੀ ਬਣਾਤੀ ਨਾ, ਉਹਨੇ ਜਿਵੇਂ ਇੱਕ ਫਿਲਮ ਨਹੀਂ ਹੁੰਦੀ ਵੀ ਨੀਂਦ ਦੇ ਵਿੱਚ ਹੀ ਸਾਰੀ ਉਹ ਸੁਪਨਾ ਸੀ, ਸੁਪਨੇ ਦੇ ਵਿੱਚ ਹੀ ਫਿਲਮ ਬਣ ਗਈ ਤੇ ਉਸ ਤੋਂ ਬਾਅਦ ਜਦੋਂ ਉੱਠਦੇ ਆ ਤਾਂ ਕੁਝ ਹੋਰ ਹੁੰਦਾ ਆ। ਉਹ ਤੇ ਇਸ ਤਰ੍ਹਾਂ ਕਰਕੇ ਅਸੀਂ ਪੈ ਗਏ ਮੈਂ ਆਪਣੇ ਸ਼ੂਜ਼ ਉਤਾਰਿਆ, ਮੈਂ ਰਿਲੈਕਸ ਆ। ਉਸ ਤੋਂ ਬਾਅਦ ਜਦੋਂ ਮੈਂ ਦੇਖਿਆ ਝਟਕਾ ਪਿਆ, ਦੀਪ ਦੀ ਬੋਡੀ ਮੂਵ ਨਹੀਂ ਸੀ ਕਰ ਰਹੀ। ਬਸ ਦੇਖੋ ਸਾਨੂੰ ਡਾਊਟ ਤਾਂ ਹੁੰਦਾ ਹੈ ਕਿ ਰੀਨਾ ਰਾਏ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਸੀ। ਬੇਸ਼ੱਕ ਉਹ ਦੀਪ ਦੇ ਬੜੀ ਕਲੋਜ਼ ਹੈਗੀ ਸੀ, ਮਤਲਬ ਵਿਸ਼ਵਾਸ ਪਾਤਰ ਸੀ। ਦੀਪ ਸਾਰੀਆਂ ਗੱਲਾਂ ਉਹਦੇ ਨਾਲ ਸ਼ੇਅਰ ਕਰਦਾ ਸੀ, ਦੋਨੋਂ ਇੱਕ ਦੂਜੇ ਦੇ ਬਹੁਤ ਨੇੜੇ ਸੀ। ਕਿਉਂਕਿ ਜਦੋਂ ਦੀਪ ਇੱਥੇ ਵੀਡੀਓ ਉਹ ਉੱਥੋਂ ਅਪਲੋਡ ਹੁੰਦੀ ਸੀ, ਹਾਂਜੀ ਮੈਨੂੰ ਇਹ ਨੋਟਿਸ ਸੀ। ਸੋ ਉੱਥੇ ਇਹ ਕਿ ਪੁਲਿਸ ਦਾ ਸਭ ਤੋਂ ਪਹਿਲਾ ਫਰਜ਼ ਸੀ ਵੀ ਜਦੋਂ ਵੀ ਕੋਈ ਕ੍ਰਾਈਮ ਹੁੰਦਾ ਹੈ, ਸਭ ਤੋਂ ਜਿਹੜੀ ਆਈ ਵਿਟਨੈਸ ਉਹ ਸੀ, ਜਿਹੜੀ ਨਾਲ ਬੈਠੀ ਸੀ ਆਈ ਵਿਟਨੈਸ ਸੀ ਉਹ। ਹਾਂਜੀ, ਪੁਲਿਸ ਨੇ ਉਹਨੂੰ ਇੰਟਰੋਗੇਟ ਨਹੀਂ ਕੀਤਾ ਹੈ, ਇਨਵੈਸਟੀਗੇਟ ਨਹੀਂ ਕੀਤਾ ਹੈ। ਸਭ ਤੋਂ ਪਹਿਲੀ ਸਟੇਟਮੈਂਟ ਪੁਲਿਸ ਦਾ ਫਰਜ਼ ਸੀ ਕਿ ਉਹਦੀ ਸਭ ਤੋਂ ਪਹਿਲੇ 161 ਦੀ 164 ਦੀ ਸਟੇਟਮੈਂਟ ਕਰਾਉਂਦੀ। ਨਹੀਂ ਕਰਾਈ, ਉਹ ਕਰਾਈ ਨਹੀਂ। ਨੋਇੰਗਲੀ ਉਹਨੂੰ ਵਾਪਸੀ ਜਾਣ ਦਿੱਤਾ ਹੈ ਨਾ। ਸੋ ਇਹਨਾਂ ਗੱਲਾਂ ਦੇ ਉੱਪਰ ਆ ਕੇ ਸਾਨੂੰ ਲੱਗਦਾ ਹੈ ਕਿ ਪੁਲਿਸ ਨੇ ਜੋ ਵੀ ਕੀਤਾ ਹੈ, ਜਿਵੇਂ ਹੁਣ ਇੱਕ ਦੀਪ ਦੇ ਨਾਲ ਦਾ ਹੀ ਮੈਂ ਵੇਖ ਰਿਹਾ ਸੀ, ਕੋਈ ਕੋਲੀਗ ਦੱਸ ਰਿਹਾ ਸੀ ਵੀ ਐਕਸੀਡੈਂਟ ਕੇਸ ਸੀ, ਉੱਥੇ SP ਉੱਥੇ DSP ਤੇ ਹਜ਼ਾਰਾਂ ਦੀ ਤਾਦਾਦ 'ਚ ਜਿਹੜੀ ਪੁਲਿਸ ਸੀ ਉਹ ਲਾਉਣ ਦੀ ਲੋੜ ਨਹੀਂ ਸੀ। ਇਹ ਦੱਸੋ ਜਦੋਂ ਐਕਸੀਡੈਂਟ ਹੁੰਦਾ ਹੈ ਪੁਲਿਸ 500 ਬੰਦਾ ਕਿਤੇ ਜਾਂਦਾ ਹੈ? ਤੁਸੀਂ ਐਡੇ ਵੱਡੇ ਸ਼ਹਿਰ ਲੁਧਿਆਣੇ 'ਚ ਰਹਿ ਰਹੇ ਹੋ, ਕਦੇ ਤੁਸੀਂ ਦੇਖਿਆ ਕਿ ਇੱਥੇ ਐਕਸੀਡੈਂਟ ਹੋਇਆ ਤੇ SSP DIG ਤੇ SP ਤੇ 500 ਬੰਦਾ ਆ ਕੇ ਤੁਹਾਨੂੰ ਘੇਰਾਬੰਦੀ ਕਰ ਲੈਂਦੇ? ਨਹੀਂ, ਕਿਉਂਕਿ ਸਰਕਾਰ ਨੂੰ ਪਤਾ ਸੀ ਕਿ ਅਸੀਂ ਗਲਤ ਕੰਮ ਕੀਤਾ ਹੈ, ਇਹ ਐਕਸਪੋਜ਼ ਨਾ ਹੋ ਜਾਏ, ਉਹਨੂੰ ਦੱਬਣ ਲਈ। ਕਿਉਂਕਿ ਸਰਕਾਰ ਦਾ ਬੜਾ ਤਰੀਕਾ ਅਲੱਗ ਸੀ ਕਿ ਫਟਾਫਟ ਸਵੇਰੇ ਪੋਸਟਮਾਰਟਮ ਕਰ ਦਿੱਤਾ ਹੈ, ਫਟਾਫਟ ਪਰਿਵਾਰ ਨੂੰ ਕਹਿ ਦਿੱਤਾ ਕਿ ਇਹਨੂੰ ਜਾਂਦਿਆਂ ਸੰਸਕਾਰ ਕਰ ਦਿਓ। ਉਹ ਜਿਹੜੀ ਸੀ ਸਰਕਾਰ, ਜਿਹੜੀ ਐਵੀਡੈਂਸ ਨੂੰ ਖਤਮ ਕਰਨਾ ਚਾਹੁੰਦੀ ਸੀ, ਉਹਦੇ 'ਚੋਂ ਕਾਮਯਾਬ ਹੋਈ ਹੈ। ਜਿਵੇਂ ਤੁਸੀਂ ਦੱਸਿਆ ਵੀ ਇਹ ਜਿਹੜੀ ਹੈ ਇੱਕ ਨਾਰਮਲ ਡੈਥ ਨਹੀਂ ਹੈ ਜਾਂ ਇੱਕ ਨਾਰਮਲ ਐਕਸੀਡੈਂਟ ਨਹੀਂ, ਇਹ ਮਰਡਰ ਹੈ। ਪਰ ਇਹਦੇ ਵਿੱਚ ਜਿਹੜੀ ਮੈਂ ਤੁਹਾਨੂੰ ਪੁੱਛਦਾ ਵੀ ਤੁਸੀਂ ਇਹਨੂੰ ਫਿਰ ਕਲੀਅਰ ਕੱਟ ਲਾ ਆਪਾਂ ਕਹਿ ਸਕਦੇ ਮੈਨੂੰ ਸਾਜ਼ਿਸ਼ ਮੰਨਦੇ ਹੋ? ਇਹ ਸਾਜ਼ਿਸ਼ ਨਹੀਂ ਹੈਗੀ ਜੀ, ਅਸੀਂ ਤਾਂ ਕਲੀਅਰ ਵਰਡਸ ਕਹਿ ਰਹੇ ਹਾਂ ਕਿ ਇਹ ਜਿਹੜੀ IB ਹੈਗੀ ਹੈ ਉਹਨੇ ਟਾਰਗੇਟ ਕਰਕੇ ਕਿਲਿੰਗ ਕੀਤੀ ਹੈ। ਇਹ ਟਾਰਗੇਟ ਕਿਲਿੰਗ ਹੈਗੀ ਹੈ ਦੀਪ ਦੀ, ਜਿਹੜੀਆਂ ਡੀਪ ਸਟੇਟਸ ਕਰਦੀਆਂ ਨੇ। ਪਰ ਜੇ ਹੁਣ ਮੰਨ ਲਓ ਜਿਵੇਂ ਤੁਸੀਂ ਦੱਸਿਆ ਵੀ ਇਹ ਸਟੇਟ ਪਾਲਿਸੀ ਦੇ ਅਗੇਂਸਟ ਬੋਲਦਾ ਸੀ, ਇਸ ਕਰਕੇ ਮਾਰਿਆ ਗਿਆ, ਦੀਪ ਨੂੰ ਮਾਰ ਦਿੱਤਾ ਉਹਨਾਂ ਨੇ। ਕੀ ਹੁਣ ਜੇ ਮੈਂ ਇਹ ਗੱਲ ਕਹਿਣਾ ਵਾ ਕਿ ਇਸ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ, ਜੇ ਮਾਰਿਆ ਸਰਕਾਰ ਨੇ ਤਾਂ ਫਿਰ ਸਰਕਾਰ ਕੋਲੋਂ ਮੈਂ ਜਾਂਚ ਦੀ ਮੰਗ ਕਿਵੇਂ ਕਰ ਸਕਦਾ ਵਾਂ? ਦੇਖੋ ਅਸੀਂ ਬਹੁਤ ਕਲੀਅਰ ਹੈਗੇ ਹੈ ਕਿ ਦੀਪ ਇਸ ਟਰੈਕ ਤੇ ਚੱਲ ਪਿਆ ਸੀ। ਉਹ ਸਮਝਦਾ ਸੀ ਕਿ ਪੰਜਾਬ ਜਿਹੜਾ ਆਕੂਪਾਈਡ ਪੰਜਾਬ ਹੈਗਾ, ਉਹ ਆਜ਼ਾਦੀ ਦੀ ਗੱਲ ਕਰਨ ਲੱਗ ਪਿਆ ਸੀ ਸਿੱਖਾਂ ਦੀ। ਤੁਸੀਂ ਦੇਖ ਲਿਆ ਸੀ ਨਾ, ਮੈਂ ਕਹਿੰਦਾ ਵੀ ਐਡੀ ਗਜ਼ਬ ਦੀ ਕਰਦਾ ਪਿਆ ਸੀ। ਸਵਾਲ ਕੀਤਾ ਗਿਆ ਵੀ ਜਿਹੜੇ ਤੇਰੇ ਨਾਲ ਦੇ ਹੈ ਉਹ ਤੇ ਖਾਲਸਾ ਰਾਜ ਦੀ ਗੱਲ ਕਰਦੇ ਆ, ਸਿੱਖ ਰਾਜ ਦੀ ਗੱਲ ਕਰਦੇ ਆ। ਉਹਨੇ ਕਿੱਡੇ ਕਮਾਲ ਦੀ ਗੱਲ ਕਹੀ, ਕਹਿੰਦਾ ਜਿਨ੍ਹਾਂ ਦੇ ਪੁਰਖਿਆਂ ਨੇ ਥੋੜਾ ਸਮਾਂ ਪਹਿਲਾਂ ਰਾਜ ਭੋਗਿਆ ਹੋਵੇ ਇਸੇ ਖਿੱਤੇ ਦੇ ਉੱਪਰ, ਤੁਸੀਂ ਰਾਜ ਦੀ ਚਾਹਨਾ ਉਹਨਾਂ ਦੇ ਅੰਦਰੋਂ ਕੱਢ ਨਹੀਂ ਸਕਦੇ। ਐਡਾ ਗਜ਼ਬ ਦਾ ਜਵਾਬ ਅੱਜ ਤੱਕ ਮੈਂ ਕਿਸੇ ਦੇ ਮੂੰਹ ਨਹੀਂ ਸੁਣਿਆ। ਕਿ ਉਹਦੀ ਅੰਦਰੋਂ ਪਰਮਾਤਮਾ ਦੀ ਕਿਰਪਾ ਸੀ। ਮੈਂ ਸੋਚ ਰਿਹਾ ਕਿ ਜਿਹੜੀਆਂ ਗੱਲਾਂ ਕਰਦਾ ਸੀ ਕਿਤੇ ਤੇ ਕਿਤੇ ਕਾਲ ਪੁਰਖ ਨਾਲ ਜਿਹੜਾ ਸੀ ਉਹਦਾ ਕਨੈਕਸ਼ਨ ਹੈਗਾ ਸੀ। ਜਿਹੜੀਆਂ ਗੱਲਾਂ ਕਰਦਾ ਇਹ ਸੱਚੀਆਂ ਕਰਦਾ ਸੀ ਅੰਦਰੋਂ। ਹਾਂ, ਸੋ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਮੇਰਾ ਵੀ ਇਹ ਬਹੁਤ ਸਟੈਂਡ ਕਲੀਅਰ ਹੈ ਕਿ ਜਦੋਂ ਦੀਪ ਦਾ ਮਰਡਰ ਡੀਪ ਸਟੇਟ ਨੇ ਕਰਾਇਆ, ਏਜੰਸੀਜ਼ ਨੇ ਕਰਾਇਆ ਹੈ, ਮੈਂ ਕਹਿ ਸਕਦਾ ਮੈਨੂੰ ਫਿਰ ਉਹ ਜਿਹੜੀ ਜਾਂਚ ਹੈ CBI ਕਿਵੇਂ ਠੀਕ ਕਰ ਸਕਦੀ ਹੈ, ਹਰਿਆਣਾ ਪੁਲਿਸ ਕਿਵੇਂ ਠੀਕ ਕਰ ਸਕਦੀ ਹੈ? ਸਭ ਤੋਂ ਪਹਿਲੇ ਤਾਂ ਸਾਨੂੰ ਕਲੀਅਰ ਹੋਣਾ ਚਾਹੀਦਾ ਹੈ ਕਿ ਅਸੀਂ ਲੜਾਈ ਲੜਨੀ ਕਿਵੇਂ ਹੈਗੀ। ਤੁਸੀਂ ਕਾਤਲ ਨੂੰ ਹੀ ਕਹਿ ਰਹੇ ਹੋ ਭਾਈ ਸਾਡੀ ਇਨਵੈਸਟੀਗੇਸ਼ਨ ਕਰ। ਇਹ ਤਾਂ ਜਿਹੜੀ ਹਾਈਟ ਆਫ ਤੁਹਾਡੀ ਜਿਹੜੀ ਹੈ ਤਰਸ ਦੀ ਨਜ਼ਰ ਆ ਰਿਹਾ ਲੋਕਾਂ ਤੇ ਕਿ ਸਾਡੇ ਲੋਕਾਂ ਨੂੰ ਸਮਝ ਹੀ ਨਹੀਂ ਹੈਗੀ। ਜਿਵੇਂ ਹੁਣ ਮਾਨ ਸਾਹਿਬ ਦੀ ਗੱਲ ਕਰੀਏ, ਮਾਨ ਸਾਹਿਬ ਕਹਿੰਦੇ ਸੀ ਵੀ UN ਇਹਦੀ ਜਾਂਚ ਕਰੇ, ਉਹਨੂੰ ਕਿਵੇਂ ਦੇਖਦੇ ਹੋ? ਦੇਖੋ ਮਾਨ ਸਾਹਿਬ ਪੁਲਿਸ ਅਫਸਰ ਨੇ, ਉਹ ਸਿੱਧੀ ਗੱਲ ਉਹਨਾਂ ਨੇ ਨਹੀਂ ਕਹੀ ਜਿਹੜੀ ਮੈਂ ਕਹਿ ਦਿੱਤੀ ਹੈ ਹੁਣ ਤੁਹਾਨੂੰ ਵੀ ਇਹਨਾਂ ਤੇ ਭਰੋਸਾ ਨਹੀਂ ਹੈ, ਹੈ ਨਾ। ਮਾਨ ਸਾਹਿਬ ਦਾ ਜਿਹੜਾ ਸਟੈਂਡ ਆ ਬੜਾ ਸਪਸ਼ਟ ਹੈ, ਕਲੀਅਰ ਹੈ। ਪਰ ਜਿਹੜੀ UNO ਕੋਲੇ ਸਿੱਧੀ ਜਾਂਚ ਕਰਨ ਦੀ UN ਨੇ ਕਈ ਕੇਸਿਸ ਦੇ ਵਿੱਚ ਕੀਤੀ ਹੈ।
ਤੁਸੀਂ ਦੇਖੋ ਨਾ ਜਿਵੇਂ ਉਹ ਭੁੱਟੋ ਦਾ ਮਰਡਰ ਹੋਇਆ ਸੀ, ਬੈਂਜਰ ਭੁੱਟੋ ਦਾ ਮਰਡਰ ਹੋਇਆ ਹੈ, ਇਸ ਯੂਐਨਓ ਕੋਲੇ ਪਾਵਰ ਹੈਗੀ ਹੈ, ਜਿਹੜਾ ਹਿਊਮਨ ਰਾਈਟਸ ਕਮਿਸ਼ਨ ਹੈਗਾ ਯੂਐਨ ਦਾ, ਉਹਦੇ ਕੋਲੇ ਵੀ ਪਾਵਰ ਹੈਗੀ ਹੈ। ਪਰ ਕੁਝ ਲੋਕ ਕਹਿੰਦੇ ਕਿ ਯੂਐਨਓ ਬਿਨਾਂ ਦੰਦਾਂ ਵਾਲਾ ਸ਼ੇਰ ਹੈ, ਬਿਨਾਂ ਪੰਜਿਆਂ ਵਾਲਾ ਸ਼ੇਰ ਹੈ। ਜੀ ਇੱਥੇ ਅਸੀਂ ਮਹਿਸੂਸ ਕਰਦੇ ਹਾਂ ਜੇ ਐਮਨੈਸਟੀ ਇੰਟਰਨੈਸ਼ਨਲ ਚਾਹੇ ਯੂਐਨਓ ਦੇ ਹਿਊਮਨ ਰਾਈਟਸ ਕਮਿਸ਼ਨ ਦੇ ਕੋਈ ਚੰਗੇ ਸਿਆਣੇ ਬੰਦੇ ਇੱਥੇ ਆ ਕੇ ਜਾਂਚ ਕਰਦੇ ਨੇ, ਉਹ ਸੱਚ ਤਾਂ ਸਾਹਮਣੇ ਲਿਆ ਦੇਣਗੇ ਨਾ। ਸਜ਼ਾ ਹੋਣੀ ਕਿ ਨਹੀਂ ਹੋਣਾ ਬਾਅਦ ਦੀ ਗੱਲ ਹੈ, ਕਿਉਂਕਿ ਮੈਂ ਤਾਂ ਬਹੁਤ ਕਲੀਅਰ ਹੈ ਕਿ ਉਹ ਜਿਹੜਾ ਵਿਚਾਰਾ ਡਰਾਈਵਰ ਹੈ ਨਾ, ਉਹ ਮੁਸਲਮਾਨ ਹੀ ਲਿਆ ਕੇ ਇਹਨਾਂ ਨੇ ਖੜਾ ਕਰ ਦਿੱਤਾ ਹੈ। ਉਹਨੂੰ ਕਿਹਨੇ ਇੰਗੇਜ ਕੀਤਾ ਹੈ, ਕਿਹਨੇ ਉਹਤੇ ਇਨਵੈਸਟਮੈਂਟ ਕੀਤੀ ਹੈ, ਕਤਲ ਕਿਹਨੇ ਕੀਤਾ, ਇਹ ਤਾਂ ਗੱਲਾਂ ਕਲੀਅਰ ਹੀ ਨਹੀਂ ਹੈਗੀਆਂ। ਕਿਉਂਕਿ ਉਸ ਬੰਦੇ ਨੂੰ ਤਾਂ ਪਤਾ ਕਿ ਯਾਰ ਮੈਨੂੰ ਤਾਂ ਪਿੱਛੋਂ ਗੱਡੀ ਵੱਜੀ ਹੈ, 6 ਮਹੀਨੇ ਦੀ ਸਜ਼ਾ ਹੋਣੀ ਹੈ, ਤਾਂ ਉਹ ਵੀ ਮਹੀਨਾ ਸਜ਼ਾ ਕੱਟ ਕੇ ਮੈਂ ਜਿਹੜੀ ਹੈ ਜ਼ਮਾਨਤ ਲੈ ਲਾਂਗਾ। ਜ਼ਮਾਨਤ ਤਾਂ ਮੌਕੇ 'ਤੇ ਹੋ ਜਾਂਦੀ ਹੈ। ਜਿਹੜੀ ਇਹ ਟ੍ਰਾਇਲ ਹੈ 'ਚ ਮੈਕਸੀਮਮ ਸਜ਼ਾ 2 ਸਾਲ ਦੀ ਹੈ। ਜੇ ਮੈਜਿਸਟ੍ਰੇਟ ਉਹਨੂੰ 6 ਮਹੀਨੇ ਦੀ ਸਜ਼ਾ ਕਰੂਗਾ ਤਾਂ ਉਹ ਸੈਸ਼ਨ ਜੱਜ ਨੇ ਅੰਡਰਗੋਨ ਕਰ ਦੇਣੀ ਹੈ। ਹੋ ਸਕਦਾ ਉਹਨੂੰ ਮਹੀਨਾ ਵੀ ਨਾ ਜਾਣਾ ਪਏ ਜੀ। ਸੋ ਉਹ ਬੰਦੇ ਨੂੰ ਤਾਂ ਪਤਾ ਹੀ ਨਹੀਂ ਹੈ ਉਹਨੂੰ ਆਪਰੇਟ ਕੌਣ ਕਰ ਰਿਹਾ ਹੈ। ਜਿਵੇਂ ਤੁਸੀਂ ਦੇਖਿਆ ਕਿ ਡੀਪ ਸਟੇਟ ਐਕਸ਼ਨ ਕਿਵੇਂ ਕਰਦੀ ਹੈ, ਜਿਵੇਂ ਦਰਬਾਰ ਸਾਹਿਬ ਦੇ ਵਿੱਚ ਬੰਦਾ ਬੇਅਦਬੀ ਕਰਨ ਆਇਆ, ਤੁਸੀਂ ਵੇਖੋ ਕਿ ਉਹਦੀ ਨਾ ਸ਼ੂਜ਼ ਤੇ ਟੈਗ ਹੈ, ਨਾ ਪੈਂਟ ਤੇ ਟੈਗ ਹੈ, ਨਾ ਕਮੀਜ਼ ਤੇ ਟੈਗ ਹੈ, ਹਰ ਚੀਜ਼ ਪਲੇਨ ਸੀ, ਨਾ ਉਹਦੇ ਕੋਲ ਫੋਨ ਹੈ। ਜਿਹੜੀ ਡੀਪ ਸਟੇਟ ਹੈ ਉਹਦੇ ਜਿਹੜੇ ਐਕਸ਼ਨਸ ਨੇ ਉਹ ਬੜੇ ਆਰਗੇਨਾਈਜ਼ਡ ਹੁੰਦੇ ਨੇ, ਕੱਚੇ ਜਿਹੇ ਨਹੀਂ ਹੁੰਦੇ। ਉਹ ਜਿਹੜੀ ਹੈ ਸਾਡੇ ਬੰਦਿਆਂ ਨੂੰ ਸਮਝ ਨਹੀਂ ਹੈਗੀ।